ਉਹਨੇ ਆਪਣੀ ਝੋਲੀ ਫੈਲਾਈ ਤੇ ਰੱਬ ਅੱਗੇ ਕੋਲ ਬਹਿ ਗਿਆ। ਮਸੱਲਾ ਪਾ ਲਿਆ, ਵਜ਼ੂ ਕਰਕੇ ਤੇ ਮਸਲੇ ਤੇ ਚੜ ਗਿਆ। ਸਾਰੀ ਰਾਤ ਉਹ ਰੱਬ ਅੱਗੇ ਰੋਂਦਾ ਇਲਤਜਾਮਾ ਕਰਦਾ ਰਿਹਾ, ਕਿਉਂਕਿ ਇਸ਼ਕ ਲੱਗ ਗਿਆ ਸੀ। ਜਿਹਨੂੰ ਇਸ਼ਕ ਲੱਗ ਜਾਏ ਨਾ, ਉਹਦੇ ਫਿਰ ਤੌਰ ਤਰੀਕੇ ਤੇ ਕਿਸੇ ਨੂੰ ਮਨਾਉਣ ਦੀ ਜਿਹੜੀ ਹੈ ਨਾ ਗੁਰ ਉਹਨੂੰ ਆ ਜਾਂਦਾ ਕੁਦਰਤੀ। ਤੇ ਨਾਲੇ ਰੱਬ ਨੂੰ ਮਨਾਉਣਾ ਕਿਹੜਾ ਔਖਾ ਹੈ, ਅੰਦਰੋਂ ਦਿਲ ਹੋਵੇ ਸਹੀ ਬੰਦੇ ਦਾ, ਤੇ ਰੱਬ ਨੂੰ ਮਨਾਉਣਾ ਔਖਾ ਕੋਈ ਨਹੀਂ। ਉਹ ਇਬਾਦਤ ਕਰਦਾ ਰਿਹਾ ਸਾਰੀ ਰਾਤ, ਦੁਆਵਾਂ ਮੰਗਦਾ ਰਿਹਾ। ਦੂਸਰੇ ਦਿਨ ਵੀ, ਤੀਸਰੇ ਦਿਨ ਵੀ, ਦਿਹਾੜੇ ਚਾਰ ਨਾਂ ਨੇ ਰੱਬ ਅੱਗੇ ਇਲਤਜਾ ਕੀਤੀ। ਉਹਦਾ ਦਿਲ ਨਹੀਂ, ਚੌਥੇ ਦਿਹਾੜੇ ਤੋਂ ਬਾਅਦ ਨਾ ਉਸ ਦਿਲ ਨੇ ਆਖਿਆ ਵੀ ਜਿਵੇਂ ਨਾ ਮੈਨੂੰ ਇਜਾਜ਼ਤ ਹੋ ਗਈ ਹੈ ਕਿ ਤੂੰ ਨਿਕਲ, ਇਸ਼ਾਰਾ ਨਾ ਹੋਇਆ ਵੀ ਤੂੰ ਨਿਕਲ ਫਲਾਣੇ ਪਹਾੜਾਂ ਵੱਲ, ਅੱਲਾਹ ਪਾਕ ਤੇਰੀ ਮਦਦ ਕਰੇਗਾ। ਜ਼ੇਨ ਦਿਮਾਗ 'ਚ ਗੱਲ ਪੈ ਗਈ। ਫਕੀਰ ਜਨਾਬ ਜਿਸ ਪਾਸੋਂ ਉਹਨੂੰ ਇਸ਼ਾਰਾ ਮਿਲਿਆ ਨਾ, ਉਸੇ ਪਾਸੇ ਮੂੰਹ ਕਰ ਲਿਆ, ਟੁਰਨ ਲੱਗ ਪਿਆ। ਇੱਕ ਦਿਨ ਸਫ਼ਰ ਕੀਤਾ, 2 ਦਿਨ ਕੀਤੇ, 3 ਦਿਨ ਕੀਤੇ, ਪੁੱਛਦਾ ਪਛਾਂਦਾ, ਕਾਲੇ ਪਹਾੜ। ਕੋਈ ਆਖੇ 100 ਮੀਲ, ਕੋਈ ਆਖੇ 50 ਮੀਲ। ਜਿੱਥੇ ਕਿਧਰੇ ਆਬਾਦੀ ਆਵੇ ਉੱਥੇ ਝੱਟ ਸਾਹ ਲੈ ਲੈ, ਰੋਟੀ ਪਾਣੀ ਖਾਏ, ਫਿਰ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਜਾਏ। ਕੋਈ ਹਫ਼ਤੇ ਤੋਂ ਬਾਅਦ ਨਾ ਉਸ ਇਲਾਕੇ 'ਚ ਪਹੁੰਚ ਗਿਆ ਜਿੱਥੇ ਪਹਾੜੀ ਸੀ। ਪਹਾੜੀ ਬੜੀ ਦੁਸ਼ਵਾਰ ਹੋਵੇ, ਪਹਾੜੀ 'ਤੇ ਚੜ੍ਹਨਾ ਹੀ ਨਾਮੁਮਕਿਨ ਸੀ। ਬਦਲ ਇਸ਼ਕ ਦੀ ਲੱਗੀ ਸੀ, ਚੜ੍ਹ ਗਿਆ, ਪਹਾੜੀ ਚੜ੍ਹਨਾ ਸ਼ੁਰੂ ਕਰਤਾ। ਪਹਾੜੀਆਂ ਚੜ੍ਹ ਗਿਆ, ਕਾਲੀਆਂ ਪਹਾੜੀਆਂ 'ਤੇ ਫਿਰਨ ਲੱਗ ਪਿਆ। ਨਾਲੇ ਦੁਆ ਕਰੇ, ਅੱਲਾ ਸੋਹਣਿਆ ਮੈਨੂੰ ਕਾਲਾ ਹੀਰਾ ਲੱਭ ਜਾਏ ਤੇ ਮੈਨੂੰ ਮੇਰਾ ਪਿਆਰ ਮਿਲ ਜਾਏ। ਪਿਆਰ ਵੀ ਉਹ ਕਿ ਜਿਹਨੂੰ ਇਹ ਇਕੱਲਾ ਹੀ ਚਾਹੁੰਦਾ ਸੀ, ਬਾਦਸ਼ਾਹਜ਼ਾਦੀ ਪਤਾ ਨਹੀਂ ਇਹਨੂੰ ਕੀ ਆਉਂਦੀ ਕੀ ਨਾ ਆਉਂਦੀ। ਪਰ ਜੀ ਇਹ ਬੰਦਾ ਖਤਰਨਾਕ ਤਰੀਨ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਆਤਸ਼ ਫਸ਼ਾਂ ਫਟਦਾ ਸੀ। ਉੱਥੇ ਪਹੁੰਚ ਕੇ ਥੱਕ ਗਿਆ ਤੇ ਸ਼ਾਮ ਹੋਣੇ ਵਾਲੀ ਸੀ। ਇਹ ਇੱਕ ਪੱਥਰ ਤੇ ਸਟੇਕ ਲਾਈ ਤੇ ਇਹ ਸੌਂ ਗਿਆ। ਜਦੋਂ ਇਹ ਸੌਂ ਗਿਆ, ਸੁੱਤੇ ਪਏ ਨੂੰ ਕਿਸੇ ਬੰਦੇ ਨੇ ਉਠਾਇਆ। ਕੋਈ ਵਡੇਰਾ ਸੀ, ਅੱਲਾ ਦੀ ਤਰਫੋਂ ਭੇਜਿਆ ਸੀ ਜਾਂ ਜਿਸ ਤਰ੍ਹਾਂ ਵੀ। ਉਹਨੇ ਉਠਾਇਆ। ਮੈਂ ਕਿਹਾ ਕੌਣ ਹੈ ਤੂੰ? ਉਸ ਆਖਿਆ ਜੀ ਮੈਂ ਬਸ ਇਸ ਤਰ੍ਹਾਂ ਮੈਨੂੰ ਇੱਕ ਚੀਜ਼ ਚਾਹੀਦੀ। ਮੈਂ ਕਿਹਾ ਤੈਨੂੰ ਕੀ ਚਾਹੀਦਾ? ਉਹਨੇ ਆਖਿਆ ਮੈਨੂੰ ਕਾਲਾ ਹੀਰਾ ਚਾਹੀਦਾ। ਉਸ ਆਖਿਆ ਕਾਲੇ ਹੀਰੇ ਤੇ ਮੈਂ ਵੀ ਜ਼ਿੰਦਗੀ 'ਚ ਨਹੀਂ ਵੇਖਿਆ, ਲੇਕਿਨ ਤੂੰ ਇੱਥੋਂ ਨਿਕਲ, ਇਸ ਟਾਈਮ ਅਕਸਰ ਆਤਸ਼ ਫਸ਼ਾਂ ਫਟਦਾ ਤੇ ਜਦੋਂ ਇਹ ਫਟਿਆ ਤੇਰਾ ਵਾਪਸੀ ਦਾ ਜਾਣ ਵਾਲਾ ਰਸਤਾ ਜਿਹੜਾ ਨਾ ਇਹ ਬੰਦ ਹੋ ਜਾਣਾ। ਤੂੰ ਨਾ ਜਾ ਸਕਣਾ ਨਾ ਪਿਛਾਂ, ਅੱਬਲ ਤੇ ਤੂੰ ਆਤਸ਼ ਫਸ਼ਾਂ ਥੱਲੇ ਹੀ ਆ ਜਾਣਾ, ਉੱਥੇ ਉੱਠ ਕੇ ਤੇ ਨਿਕਲ। ਇੰਨੀ ਗੱਲ ਕਰਕੇ ਉਹ ਬੰਦਾ ਆਪਣੇ ਰਾਹ 'ਤੇ ਚਲਾ ਗਿਆ। ਇਹ ਉੱਠਿਆ ਪਰੇਸ਼ਾਨੀ ਦੀ ਹਾਲਤ ਵਿੱਚ, ਵੇਖਣ ਲੱਗ ਪਿਆ ਰੱਬ ਵੱਲੋਂ ਵੀ ਕੀ ਹੁਣ ਮੇਰੇ ਨਾਲ ਹੋਣਾ। ਇੰਨੀ ਦੇਰ ਨੂੰ ਆਤਸ਼ ਫਸ਼ਾਂ ਫਟਿਆ, ਇੱਕ ਪੱਥਰ ਦਾ ਬਹੁਤ ਵੱਡਾ ਟੁਕੜਾ ਨਾ ਇਹਦੇ ਕਦਮਾਂ 'ਚ ਆ ਕੇ ਡਿੱਗਾ। ਇਹ ਬਚ ਗਿਆ। ਇਹਨੇ ਜਿਸ ਤਰ੍ਹਾਂ ਵੇਖਿਆ ਨਾ ਪੱਥਰ ਨੂੰ, ਬੜਾ ਸ਼ਫਾਫ ਤੇ ਕਾਲੇ ਰੰਗ ਦਾ, ਇਸ ਆਖਿਆ ਇਹਨੂੰ ਤੋੜਨੇ ਆ, ਸ਼ਾਇਦ ਇਹਦੇ ਵਿੱਚੋਂ ਹੀਰਾ ਨਿਕਲ ਆਵੇ। ਇਹਨਾਂ ਨੂੰ ਕੋਈ ਛਾਣੀ ਥੋੜਾ ਆਇਆ ਸੀ, ਇਹ ਲੱਗ ਪਿਆ ਉਹਨੂੰ ਠੋਕ ਠੋਕ ਤਰੋੜਨ। ਉਹ ਏਡਾ ਵੱਡਾ ਪੱਥਰ ਇੰਨੀ ਛਾਣੀ ਨਾਲ ਟੁੱਟਦਾ, ਪਰ ਇਹ ਲੱਗਾ ਰਿਹਾ ਰਾਤ ਸਾਰੀ। ਜਨਾਬ ਇਹਨੇ ਉਹ ਪੱਥਰ ਤੋੜਨ ਦੀ ਕੋਸ਼ਿਸ਼ ਕੀਤੀ। ਥੋੜ੍ਹਾ ਬਹੁਤਾ ਭੁਰ ਭਰ ਵੀ ਗਿਆ ਹੋਣਾ ਤੇ ਸੁਬਾਹ ਹੋ ਗਈ। ਜਿਸ ਟਾਈਮ ਸਹਿਰੀ ਦਾ ਟਾਈਮ ਹੋਇਆ ਨਾ ਸੁਬਾਹ ਦਾ, ਇੱਕ ਨੇ ਜ਼ਰਬ ਲਾਈ ਪੱਥਰ ਨੂੰ, ਐਸੀ ਕੁਦਰਤੀ ਤੌਰ 'ਤੇ ਉਹ ਪੱਥਰ ਵਿਚਕਾਰੋਂ 2 ਟੋਟੇ ਹੋ ਗਿਆ। ਜਿਸ ਟਾਈਮ 2 ਟੋਟੇ ਹੋ ਗਿਆ ਤੇ ਇਹਦੀ ਨਜ਼ਰ ਪਈ ਉਹਨਾਂ ਪੱਥਰ ਦੇ ਵਿੱਚ ਇੱਕ ਚਮਕ ਰਿਹਾ ਹੋਵੇ, ਇੱਕ ਪੱਥਰ ਕਾਲੇ ਰੰਗ ਦਾ। ਯਕੀਨਨ ਉਹ ਹੀਰਾ ਸੀ। ਇਹਨੇ ਉਹ ਕੱਢ ਲਿਆ, ਚੰਗਾ ਵੱਡਾ ਸਾਰਾ ਸੀ। ਮੈਨੇ ਫੜਿਆ, ਗੁਥਲੀ 'ਚ ਪਾਇਆ ਤੇ ਬੜਾ ਖੁਸ਼ ਅੱਲਾ ਦਾ ਨੇ ਸ਼ੁਕਰ ਅਦਾ ਕੀਤਾ, ਸਜਦੇ 'ਚ ਗਿਆ ਕਿ ਮੌਲਾ ਤੂੰ ਮੇਰਾ ਬੜਾ ਕੰਮ ਕੀਤਾ, ਹੁਣ ਮੈਨੂੰ ਆਪਣਾ ਪਿਆਰ ਲੱਭ ਜਾਏਗਾ। ਇਹਨੇ ਜਨਾਬ ਉੱਥੋਂ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ। 4-5 ਦਿਨ ਦੇ ਸਫ਼ਰ ਦੇ ਬਾਅਦ ਨਾ ਇਹ ਬਾਦਸ਼ਾਹ ਸਲਾਮਤ ਆਪਣੇ ਇਲਾਕੇ 'ਚ ਆ ਗਿਆ। ਸੁਬਹ ਦਰਬਾਰ ਲੱਗਾ ਤੇ ਦਰਬਾਰ 'ਚ ਹਾਜ਼ਰ ਹੋ ਗਿਆ। ਵਜ਼ੀਰ ਨੂੰ ਕਹਿੰਦਾ ਭਾਈ ਇਹ ਹੀ ਪੱਥਰ, ਇਹ ਹੀਰਾ ਵੇਖ ਲੈ। ਜਦੋਂ ਵਜ਼ੀਰ ਵੇਖਿਆ ਉਹ ਤਾਂ ਵਾਕਈ ਡਾਇਮੰਡ ਸੀ। ਸੁਨਿਆਰਿਆਂ ਨੂੰ ਕਹਾਉਂਦੇ ਨੇ ਜੋਹਰੀ, ਉਹਨੂੰ ਦਿਖਾਇਆ। ਨਾ ਕਿ ਜੀ ਵਾਕਈ ਤੇ 1 ਨੰਬਰ ਡਾਇਮੰਡ ਹੈ। ਅਸਾਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਕਾਲੇ ਰੰਗ ਦਾ ਡਾਇਮੰਡ ਹੀਰਾ। ਬਾਦਸ਼ਾਹ ਨੂੰ ਵਹਾਇਆ ਗਿਆ।
ਬਾਦਸ਼ਾਹ ਹੁਣ ਪਰੇਸ਼ਾਨ ਬਈ ਹੁਣ ਕੀ ਕਰਾਂ ਮੈਂ, ਇਹਨੂੰ ਤਾਂ ਬੜੀ ਔਖੀ ਸ਼ਰਤ ਦੱਸੀ ਸੀ, ਉਹ ਹੀ ਪੂਰੀ ਕਰਕੇ ਆ ਗਿਆ। ਉਹਨੇ ਆਖਿਆ ਬਈ ਇੱਕ ਸ਼ਰਤ ਤੁਹਾਡੇ ਤੋਂ ਕਰ ਲਈਏ ਪੂਰੀ, ਹੁਣ ਇੱਕ ਸ਼ਰਤ ਹੋਰ ਹੈ, ਉਹ ਅਗਰ ਤੂੰ ਪੂਰੀ ਕਰ ਲੈਂਦਾ ਤਾਂ ਪੱਕਾ ਅਸੀਂ ਤੇਰਾ ਵਿਆਹ ਕਰ ਦਿਆਂਗੇ ਸ਼ਹਜ਼ਾਦੀ ਨਾਲ। ਉਸ ਆਖਿਆ ਜੀ ਤੁਸੀਂ ਮੈਨੂੰ ਇੱਕ ਆਖਿਆ ਸੀ ਹੁਣ ਦੂਜੀ। ਉਸ ਆਖਿਆ ਸੋਚ ਲੈ, ਬੜਾ ਇਸ਼ਕ ਲੱਗਿਆ ਸੀ। ਉਸ ਆਖਿਆ ਬਈ ਠੀਕ ਹੈ ਸ਼ਰਤ ਦੱਸੋ ਆਪਣੀ।